ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਵਿਕਰਮ ਚੌਹਾਨ ਇੱਕ ਵਾਰੀ ਫੇਰ ਆਇਆ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੇਂ ਆਈਡੀਆ ਦੇ ਨਾਲ, ਕੁਛ ਲੋਕਾਂ ਦਾ ਭਲਾ ਕਰਨ ਦੇ ਲਿਹਾਜ਼ ਦੇ ਨਾਲ ਇੱਕ ਨਵੀਂ ਵਿਚਾਰ ਚਰਚਾ ਦੇ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ। ਤੇ ਅੱਜ ਦੀ ਜਿਹੜੀ ਵਿਚਾਰ ਚਰਚਾ ਦਾ ਵਿਸ਼ਾ ਰਹੇਗਾ ਉਹ ਉਸ ਬਿਮਾਰੀ ਦੇ ਨਾਲ ਜੁੜਿਆ ਹੋਇਆ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਵੀ ਚੱਲ ਰਹੀ ਹੈ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਬਿਮਾਰੀ ਲੰਘ ਕੇ ਚੱਲੀ ਹੈ ਉਹਦੇ ਨਾਲ ਵੀ ਜੁੜਿਆ ਹੋਇਆ, ਤੇ ਜਿਹੜੀ ਇੱਕ ਅਜਿਹੀ ਬਿਮਾਰੀ ਹੈ ਜਿਹਦੇ ਬਾਰੇ ਡਾਕਟਰ ਜਿਹੜੇ ਨੇ, ਮਰੀਜ਼ ਤਾਂ ਮਰੀਜ਼, ਡਾਕਟਰ ਵੀ ਹਾਰ ਜਾਂਦੇ ਨੇ। ਮਾਡਰਨ ਮੈਡੀਕਲ ਸਾਇੰਸ ਦੇ ਜਿਹੜੇ ਡਾਕਟਰ ਵੀ ਹਾਰ ਜਾਂਦੇ ਨੇ ਤੇ ਮਣਾ ਮੁਹੀ ਪੈਸਾ ਖਰਚ ਕਰਨ ਤੋਂ ਬਾਅਦ ਵੀ ਹਾਲਾਤ ਇੱਥੋਂ ਤੱਕ ਆ ਜਾਂਦੇ ਨੇ ਕਿ ਮਰੀਜ਼ ਠੀਕ ਨਹੀਂ ਹੁੰਦਾ ਤੇ ਲਗਾਤਾਰ ਮੌਤ ਦੇ ਮੂੰਹ ਵੱਲ ਜਾਂਦਾ ਰਹਿੰਦਾ। ਜੋੜ ਕੇ ਮੈਂ ਇਸ ਕਰਕੇ ਦੇਖ ਰਿਹਾ ਬਿਮਾਰੀ ਦੇ ਨਾਲ, ਕਿਉਂਕਿ ਉਹ ਬਿਮਾਰੀ ਲੰਘੇ ਦਿਨੀ ਤੁਸੀਂ ਹੁਣ ਦੇਖੋਗੇ ਇਸ ਵੇਲੇ ਸਮਾਂ ਇਹ ਚੱਲ ਰਿਹਾ ਡੇਂਗੂ ਬਹੁਤ ਜ਼ਿਆਦਾ ਹੋ ਰਿਹਾ। ਤੇ ਡੇਂਗੂ 'ਚ ਕੀ ਹੁੰਦਾ, ਸਭ ਤੋਂ ਵੱਧ ਘਟਦੇ ਨੇ ਪਲੇਟਲੈਟਸ। ਬੰਦੇ ਦੇ ਪਲੇਟਲੈਟ ਘਟ ਗਏ ਤਾਂ ਉਹਦੇ ਜਿਹੜੇ ਹੈਮਰੇਜ ਹੋ ਜਾਂਦੀ ਆ, ਖੂਨ ਨਿਕਲਣ ਲੱਗ ਜਾਂਦਾ ਤੇ ਉਹ ਜਿਹੜਾ ਉਸ ਨੂੰ ਮੌਤ ਦੇ ਮੂੰਹ ਵੱਲ ਚਲਾ ਜਾਂਦਾ, ਕਿਉਂਕਿ ਡੇਂਗੂ ਨਾਲ ਵੀ ਬਹੁਤ ਸਾਰੀਆਂ ਮੌਤਾਂ ਹੋਈਆਂ ਨੇ। ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹਦੇ 'ਚ ਪਲੇਟਲੈਟ ਘਟਦੇ ਨੇ। ਇਹਦੇ ਨਾਲ ਇੱਕ ਬਿਮਾਰੀ ਹੈਗੀ ਆ ITP, ਉਹ ਵੀ ਪਲੇਟਲੈਟ ਘਟਾਉਂਦੀ ਹੈ। ਡੇਂਗੂ ਦੇ ਵਿੱਚ ਕਾਰਨ ਪਤਾ ਹੁੰਦਾ ਨਾ ਕਿ ਇਸ ਕਾਰਨ ਦੇ ਵਿੱਚ ਸਾਨੂੰ ਪਲੇਟਲੈਟ ਘਟ ਗਏ, ਮੱਛਰ ਲੜ ਗਿਆ, ਸਾਨੂੰ ਉਹਦੇ ਪਲੇਟਲੈਟ ਘਟ ਗਏ, ਵਾਇਰਸ ਬਾਡੀ ਦੇ ਅੰਦਰ ਚਲਾ ਗਿਆ ਤਾਂ ਪਲੇਟਲੈਟ ਘਟ ਗਏ। ਲੇਕਿਨ ਜੇਕਰ ITP ਦੇ ਵਿੱਚ ਆਪਾਂ ਦੇਖੀਏ, ਉਸ ਨੂੰ ਡਾਇਗਨੋਸ ਕਰਨ ਦੀ ਕੋਸ਼ਿਸ਼ ਕਰੀਏ ਤਾਂ ITP ਦੇ ਵਿੱਚ ਇਹ ਪਤਾ ਹੀ ਨਹੀਂ ਲੱਗਦਾ ਕਿ ਉਹ ਬੰਦੇ ਦੇ ਪਲੇਟਲੈਟ ਘਟ ਕਿਉਂ ਰਹੇ ਨੇ, ਕੀ ਕਾਰਨ ਹੈ। ਲੇਕਿਨ ਇਲਾਜ ਉਹਦਾ ਚਾਲੂ ਰਹਿੰਦਾ, ਮੀਟਰ ਉਹਦਾ ਚਾਲੂ ਰਹਿੰਦਾ ਤੇ ਅੰਤ ਦੇ ਵਿੱਚ ਜਾ ਕੇ ਬੰਦਾ ਮੌਤ ਦੇ ਮੂੰਹ ਵੱਲ ਚਲਾ ਜਾਂਦਾ। ਡਾਕਟਰ ਸਾਹਿਬ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ITP ਹੈ ਕੀ ਹੈ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਬਹੁਤ ਬਹੁਤ ਤੁਸੀਂ ਇਨਫੋਰਮੇਸ਼ਨ ਦਿੱਤੀ ਇਸ ਬਿਮਾਰੀ ਬਾਰੇ। ਡੇਂਗੂ ਤਾਂ ਬਹੁਤ ਇੰਨਾ ਮੁਸ਼ਕਿਲ ਨਹੀਂ ਹੈਗਾ ਉਹਦੇ ਪਲੇਟਲੈਟ ਉੱਪਰ ਚੱਕਣੇ। ਆਯੁਰਵੈਦਿਕ ਦੀ ਦਵਾਈਆਂ, ਅਗਰ ਡੇਂਗੂ ਦਾ ਪੇਸ਼ੈਂਟ ਆਉਂਦਾ ਸਾਡੇ ਕੋਲ, ਸਰ ਸਾਡੇ ਡੇਂਗੂ ਕਰਕੇ ਪਲੇਟਲੈਟ ਘਟ ਗਏ ਨੇ, ਅਤੇ ਅਸੀਂ ਉਹਨੂੰ ਥੋੜ੍ਹੀਆਂ ਦਵਾਈਆਂ ਆਯੁਰਵੈਦਿਕ ਦੀਆਂ ਦਿੰਦੇ ਹਾਂ ਤਾਂ ਪਲੇਟਲੈਟ ਫਟਾਫਟ ਠੀਕ ਹੋ ਜਾਂਦੇ ਨੇ। ਅਤੇ ਡੇਂਗੂ ਤਾਂ ਸਾਨੂੰ ਬਹੁਤ ਸੌਖਾ ਕੰਮ ਲੱਗਦਾ। ਪਰ ਇੱਕ ITP ਨਾਮ ਦੀ ਬਿਮਾਰੀ ਹੈ ਜਿਹਦੇ ਕਰਕੇ ਬੜੀ ਦੁਨੀਆ ਪਰੇਸ਼ਾਨ ਹੈ। ਉਹਦੇ 'ਚ ਹੁੰਦਾ ਕੀ ਹੈ, ਇਹਨੂੰ ਕਹਿੰਦੇ ਨੇ ਇਡੀਓਪੈਥਿਕ ਥ੍ਰੋਮਬੋਸਾਈਟੋਪੈਨਿਕ ਪਰਪਿਊਰਾ। ਇਹ ਇਹਦਾ ਲੰਬਾ ਚੌੜਾ ਨਾਮ ਹੈ, ਨਾਮ ਤਾਂ ਬੜਾ ਭਾਰੀ ਵਰਗਾ। ਹਾਂਜੀ, ਨਾਮ ਇਹਦਾ ਇਡੀਓਪੈਥਿਕ ਮਤਲਬ ਕਿ ਜਿਹਦਾ ਕੁਝ ਪਤਾ ਲੱਗੇ ਕਿਉਂ ਹੋ ਰਿਹਾ। ਇਡੀਓਪੈਥਿਕ ਮਤਲਬ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕਿਉਂ ਹੋ ਰਿਹਾ। ਔਰ ਥ੍ਰੋਮਬੋਸਾਈਟੋਪੈਨਿਕ ਮਤਲਬ ਜਿਹੜੇ ਥ੍ਰੋਮਬੋਸਾਈਟ ਹੁੰਦੇ ਨੇ, ਥ੍ਰੋਮਬੋਸਾਈਟਸ ਕਹਿੰਦੇ ਨੇ ਪਲੇਟਲੈਟਸ ਨੂੰ, ਪੀਨੀਆ ਕਹਿੰਦੇ ਨੇ ਘਟ ਜਾਂਦੇ ਨੇ, ਥ੍ਰੋਮਬੋਸਾਈਟੋਪੀਨੀਆ ਹੋ ਜਾਂਦਾ। ਔਰ ਪਰਪਿਊਰਾ ਮਤਲਬ ਜਿਹੜੇ ਲਾਲ ਨਿਸ਼ਾਨ ਜਦੋਂ ਚਕਲੇ ਜਿਹੇ ਬਣ ਜਾਂਦੇ ਨੇ ਉਹਨੂੰ ਕਹਿੰਦੇ ਨੇ ਪਰਪਿਊਰਾ। ਅਤੇ ਇਸ ਬਿਮਾਰੀ 'ਚ ਪਰਪਿਊਰਾ ਹੋਇਆ ਰਹਿੰਦਾ, ਪਲੇਟਲੈਟ ਘਟੇ ਰਹਿੰਦੇ ਨੇ, ਪੇਸ਼ੈਂਟ ਦੇ ਚਕੱਤੇ ਜਿਹੇ ਬਣੇ ਰਹਿੰਦੇ ਨੇ। ਕਈ ਵਾਰ ਗਮਸ 'ਚ ਬਲੀਡਿੰਗ ਹੋ ਜਾਂਦੀ ਹੈ, ਨੱਕ 'ਚੋਂ ਵੀ ਆ ਜਾਂਦੇ, ਤਾਂ ਉਹ ਫਿਰ ਪੇਸ਼ੈਂਟ ਹੌਸਪੀਟਲ ਜਾਂਦਾ ਹੈ ਅਤੇ ਉਹਦਾ ਡਾਇਗਨੋਸਿਸ ਕਰਦੇ ਨੇ। ਉਹਦੀ ਫਿਰ ਬੋਨ ਮੈਰੋ ਵੀ ਚੈੱਕ ਕਰਦੇ ਨੇ ਵੀ ਕਿਤੇ ਇਹਦੀ ਬੋਨ ਮੈਰੋ ਤਾਂ ਨਹੀਂ ਖਰਾਬ। ਜੇ ਬੋਨ ਮੈਰੋ ਠੀਕ ਹੋਵੇ ਉਹਨੂੰ ਕਹਿੰਦੇ ਨੇ ITP। ਮਤਲਬ ਬੋਨ ਮੈਰੋ ਖਰਾਬ ਨਹੀਂ ਹੁੰਦੀ ਇਹਦੇ 'ਚ, ਬੋਨ ਮੈਰੋ ਠੀਕ ਪਲੇਟਲੈਟ ਬਣਾ ਰਹੀ ਹੈ, ਸਭ ਕੁਝ ਠੀਕ ਚੱਲ ਰਿਹਾ, ਪਰ ਪਲੇਟਲੈਟ ਬਲੱਡ 'ਚ ਆਉਂਦੇ ਨੇ ਬਣ ਕੇ ਠੀਕ ਠਾਕ, ਔਰ ਬਲੱਡ 'ਚ ਹੀ ਖਰਾਬ ਹੋ ਜਾਂਦੇ ਨੇ। ਅਤੇ ਫਿਰ ਕਿਸੇ ਨੂੰ ਕਾਰਨ ਸਮਝ ਆਉਂਦਾ ਨਹੀਂ ਕਿ ਕੀ ਚੀਜ਼ ਹੈ। ਇਹ ਮੈਂ ਐਲੋਪੈਥੀ ਦੇ ਪੁਆਇੰਟ ਆਫ ਵਿਊ ਨਾਲ ਦੱਸ ਰਿਹਾ। ਉਹ ਫਿਰ ਕੀ ਕਰਦੇ ਨੇ ਐਲੋਪੈਥੀ 'ਚ ਡਾਕਟਰ, ਪੇਸ਼ੈਂਟ ਨੂੰ ਜਦੋਂ ਪਲੇਟਲੈਟ 10,000 ਤੋਂ ਘੱਟ ਗਏ, 5,000 ਤੋਂ ਘੱਟ ਗਏ, ਅਤੇ ਉਹਨੂੰ ਪਲੇਟਲੈਟ ਚੜ੍ਹਾ ਦਿੰਦੇ ਨੇ, ਉਹਨੂੰ ਸਟੀਰਾਇਡ ਦੇ ਦਿੰਦੇ ਨੇ, ਉਹਨੂੰ ਇੰਜੈਕਸ਼ਨ ਦਿੰਦੇ ਨੇ IVIG, ਹੈ ਨਾ। ਉਹ IVIG ਇੰਜੈਕਸ਼ਨ ਜਿਹੜੇ ਨੇ ਉਹ ਵੀ ਬੜੇ ਮਹਿੰਗੇ ਆਉਂਦੇ ਨੇ, 10-12,000 15,000 ਦਾ ਟੀਕਾ ਇੱਕ ਹੈ, ਉਹ 8-10 ਟੀਕੇ ਲਾਉਂਦੇ ਨੇ, ਹੋਰ ਕਈ ਦਵਾਈਆਂ ਦਿੰਦੇ ਨੇ। ਅਤੇ ਪੇਸ਼ੈਂਟ ਜਿਹੜਾ ਨਾ ਕਈ ਵਾਰੀ ਗਰੀਬ ਹੁੰਦਾ, ਪੂਅਰ ਹੁੰਦਾ, ਰਿਚ ਵੀ ਹੋਏ ਤਾਂ ਵੀ ਦੁਖੀ ਤਾਂ ਹੁੰਦਾ ਹੀ ਹੈ। ਅਤੇ ਉਹ ਆਪਣਾ ਖਰਚਾ ਕਰਕੇ ਜਦੋਂ ਘਰ ਆਉਂਦੇ ਨੇ ਅਤੇ 2-3 ਮਹੀਨੇ ਬਾਅਦ, 4 ਮਹੀਨੇ ਬਾਅਦ ਫਿਰ ਉਹਦੇ ਘਟ ਜਾਂਦੇ ਨੇ ਕਾਊਂਟ। ਮੇਰੇ ਕੋਲ ਤਾਂ ਇੱਕ ਐਸਾ ਪੇਸ਼ੈਂਟ ਸੀਗਾ ਜਿਹੜਾ ਵਿਚਾਰਾ ਇੰਨਾ ਗਰੀਬ ਸੀ, ਉਹਦਾ ਮੈਂ ਵੀਡੀਓ ਬਣਾਇਆ ਆਪਣੇ ਚੈਨਲ 'ਤੇ ਪਾਇਆ, ਪਲੈਨਟ ਆਯੁਰਵੇਦਾ TV ਚੈਨਲ 'ਤੇ। ਉਹ ਹੌਸਪੀਟਲ ਹੀ ਰਹਿੰਦਾ ਸੀ ਮੁੰਡਾ, 15 ਸਾਲ ਦੀ ਉਮਰ 'ਚ ਉਹਨੂੰ ਡਾਇਗਨੋਸ ਹੋਇਆ। ਉਹ ਹੌਸਪੀਟਲ ਚਲਾ ਗਿਆ ਸਰਕਾਰੀ, ਉੱਥੇ ਉਹਨੂੰ ਬੈੱਡ ਦੇ ਦਿੱਤਾ। ਉਹਨੂੰ ਕਿਹਾ ਵੀ ਤੂੰ ਬਾਹਰ ਨਹੀਂ ਜਾ ਸਕਦਾ ਕਿਉਂਕਿ ਤੇਰੇ ਪਲੇਟਲੈਟ ਤਾਂ 10,000 ਤੋਂ ਉੱਪਰ ਵੱਧਦੇ ਹੀ ਨਹੀਂ, ਔਰ ਕੋਈ ਕੋਸਟਲੀ ਇੰਜੈਕਸ਼ਨ ਅਫੋਰਡ ਨਹੀਂ ਸੀ ਕਰਦਾ।
ਤੇ ਉਹਨੂੰ ਉੱਥੇ ਹੀ ਕਦੀ ਉਹਨੂੰ ਗੋਲੀਆਂ ਦੇਣੀਆਂ, ਕਦੀ ਕੁਛ ਕਰਨਾ, ਉਹਨੂੰ ਉੱਥੇ ਹੀ ਰੱਖ ਲਿਆ ਉਹਨਾਂ ने। ਉਹ ਕਹਿੰਦਾ 4 साल मैं वहीं रहा, मेरा फादर ट्रक चलाता था, जितने पैसे कमाता था सारे मेरे इस पे लगा देता था। कहता मैं तो अपने एक बार ना वो प्लेटलेट चढ़ा रहे थे मुझे, मैंने फेंक ही दी उतार के, मतलब मरने, मैंने सोचा मैं मर ही जाता हूँ। तो मोस्टली पेशेंट ये सोचते हैं, बहुत दुखी ने। तो वो पेशेंट मेरे को आ गया, उन्होंने मैं दवाई दी, तो वो विदिन 1 मंथ वो मुंडा जड़ा है वो परमानेंटली ठीक हो गया। अच्छा, परमानेंटली। और एक होर मेरे कल दसदा, एक पेशेंट सीगा, उन्होंने मैनू फरीदाबाद तो आए पेशेंट, फ़ोन किया, डॉक्टर साहब जब से पैदा हुआ ना इसको ITP है, इसको डायग्नोस किया डॉक्टर्स ने, और इसको 9-10 महीने का बच्चा है, तो शुरू से ही ITP चल रहा है। तो ये बहुत हॉस्पिटलों के चक्कर खा चुके हैं, हम मियाँ बीबी थक चुके हैं। तो उन्होंने मैनू फ़ोन ते लिखाइयाँ सारियाँ गल्लां। मैं कहा जी तू इसके 10,000 से ऊपर बढ़ते ही नहीं कभी, सारी दवाइयाँ देते हैं 10-15 हज़ार रहते हैं, 20,000 इससे ऊपर जाते नहीं। मैं उन्होंने दवाइयाँ फ़ोन ते लिखाती हैं, कुछ आयुर्वेद दियाँ। मैं कहा जी ये 8-10 साल पुरानी गल दस रहा मैं तुहानूं, मेरा फर्स्ट पेशेंट सी ITP का, उन्होंने फ़ोन ते लिखाइयाँ, वो आयुर्वेदिक कैमिस्ट कोल गए, उन्होंने दवाइयाँ खादियाँ, फ्राइडे की गल है दवाई खाधी है, संडे को मैनू फ़ोन आ गया कि सर प्लेटलेट 1.5 लाख हो गए। अच्छा, तो वो भी हैरान। मैं ITP का थोड़ा, मैं तो अपने आयुर्वेद के प्रिंसीपल नाल वात पित्त कफ के हिसाब नाल ट्रीटमेंट दे रहा, तो मेरे हिसाब नाल पित्त रोग है, असी पित्त का इलाज कर रहे हैं। तो पित्त का इलाज हो गया, 2 दिन ठीक हो गया। वो मेरे को मंडे को ही आ गए मियाँ बीबी, कहते जी हमें दवाई दो इसको ठीक। मैं कहा ये ठीक हो गया है, अब दवाई क्या दें? नहीं आप हमें 1 महीने की तो दे दो। मैं उन्होंने 1 महीने और दवाई खवाई है बस। वो पेशेंट का वीडियो टेस्टीमोनीअल बनाया है, तो सारा रिकॉर्ड साढ़े कोल है। और ਇਹੋ ਜਿਹੇ बहुत पेशेंट ने। एक साढ़े पुलिस अफसर ने, उन्होंने पुलिस की वर्दी 'ਚ मेरे ऑफिस आए थे, तो उन्हों की बेटी सी, उन्होंने भी वीडियो पाया है, तो उन्होंने भी ITP सी बेटी का, उन्होंने 10 साल तो सीगा। मेरे क्लिनिक 'ਚ बैठे पुलिस वाले भाई साहब जोड़े सी, इंस्पैक्टर साहब घूम रहे सी। मैं क्या पता नहीं की गल हो गई, पुलिस घूम रही है मेरे क्लिनिक 'ਚ। मैं क्या भाई साहब दसो, कहते डॉक्टर साहब तुसीं तां बेटी नूं बचा लिया। मैं क्या की होया? कहते ITP सी उन्होंने, मैं हॉस्पिटल के धक्के खा के थक गया। तो उन्होंने मैं बिठाया, मैं अपनी सीट पर बैठा, मैं सीट पर बैठा, दूसरा पेशेंट मेरे को ना, मैं पेपर देखा, मेरे सामने दूसरा पेशेंट बैठा सी, उहदा लिखिया आया कि इनू ITP हैगा, ITP की प्रॉब्लम सीगी। मैं उन्होंने हौसला देने लग्या, मैं कहा तेरे को ITP प्रॉब्लम है? कहता हाँ जी। दूजे पेशेंट को कह रहा मैं, कहता हाँ जी। मैं क्या ये देख ले 10 साल से ये धक्के खा रहे थे, क्यों जी इंस्पेक्टर साहब ठीक है कि नहीं? कहता हाँ जी। कहता जी 10 साल से मैं धक्के खा रहा था, मेरी बेटी बिल्कुल ठीक है, अब फर्स्ट क्लास है। वो अगों जो बैठा सीगा ना, वो कहता डॉक्टर साहब मैं 22 साल से धक्के खा रहा था और मैं भी ठीक हूँ, मैं ये बताने आया हूँ। कहना मेरा भी वीडियो बनाओ, मैं 22 साल से परेशान था मेरा भाई, और ये उसकी ठीक रिपोर्ट आ रही है, 4 महीने से दवाई भी नहीं खा रहे हम तो, मैं तो सिर्फ बताने आया हूँ कि अब दवाई तो खानी नहीं, तो अब करना क्या है? मैं कहा अब तू करना क्या, बस जा कर। तो ये ITP की बीमारी जी इन्नी वड्डी बीमारी है, मतलब कहने का यह है कि इन्नी वड्डी बीमारी है, और साढ़े आयुर्वेद बड़े सिंपल श्लोकां दे विच सिंपल टर्म्स से दसी गई है भी ITP की बीमारी जी है वो रक्त पित्त हैगा, उन्होंने कहते रक्त पित्त वध गया, पित्त ब्लड गर्मी वध गई। हुण पित्ता बैलेंस जो मैं तुहानूं पहले भी एक वीडियो दस्सिया सीगा, ये पित्त नूं बैलेंस करना है, पित्त नूं शांत करना है, गर्म चीज़ां ना खाओ। मैं ये ऐसिया चीज़ां जिहड़ियां कि एक तो नॉन वेज टोटल बंद करा देना। ITP पेशेंट ने बिल्कुल नॉन वेज नहीं खाना, बिल्कुल जे बीमार होने का खाए, ITP प्लेटलेट नहीं बदलणगे, मतलब जिहड़ा खाएगा प्लेटलेट नहीं बदल सकते वो, इसलिए बैटर है इमीजिएटली छड्ड दो, नॉन वेज नहीं खाना। और ग्रीन जूस और रेड जूस मैं कहना भी सवेरे ग्रीन जूस पियो, वो पालक के पत्ते, धनिए के पत्ते है ना, जिहड़े ग्रीन दे स्पिरुलिना पा लो थोड़ा जिहा, साढ़े को ग्रीन एसेंशियल भी है, वो कैप्सूल ही मैं कहना खोल के पा लो जूस है ना। व्हीट ग्रास का जूस जिहड़ा नहीं कर सकता, वो सिर्फ धनिए का रस ले ले, वो ग्रीन कैप्सूल ग्रीन एसेंशियल्स का कैप्सूल पा ले, तो वो पी ले ग्रीन जूस। ग्रीन ग्रेप्स भी पा ले चाहे। तो रेड जूस दे विच अनार गाजर चुकंदर ते सेब, ग्रीन वाले ग्रीन सेब पा ले। ये सिर्फ इसलिए दस्या है भी याद रहे, होर कोई नहीं कि ग्रीन
ਗ੍ਰੀਨ ਜੂਸ ਤੇ ਰੈੱਡ ਜੂਸ ਦਾ ਕੀ ਫਰਕ ਹੈ, ਮਤਲਬ ਕਿ ਪੇਸ਼ੈਂਟ ਨੂੰ ਯਾਦ ਰਹੇ ਸਵੇਰੇ ਸਵੇਰੇ ਗ੍ਰੀਨ ਲੈਣਾ, ਸ਼ਾਮੀ ਰੈੱਡ ਲੈਣਾ। ਅੱਧੇ ਪੇਸ਼ੈਂਟ ਤਾਂ ਗ੍ਰੀਨ ਜੂਸ ਰੈੱਡ ਜੂਸ ਨਾਲ ਹੀ ਠੀਕ ਹੋ ਗਏ। ਬਾਕੀ ਅਸੀਂ ਥੋੜ੍ਹੀ ਬਹੁਤ ਦਵਾਈ ਦਿੰਦੇ ਹਾਂ ਜਿਹੜੇ ਨਹੀਂ ਠੀਕ ਹੁੰਦੇ, ਤੇ ਪੇਸ਼ੈਂਟ ਦੇ ਪਲੇਟਲੈਟ ਜਿਹੜੇ ਨੇ ਉਹ ਉੱਪਰ ਥੱਲੇ ਜਾ ਕੇ ਕਈ ਪੇਸ਼ੈਂਟ ਕੰਪਲਿਕੇਟਿਡ ਐਸੇ ਆਉਂਦੇ। ਇਹ ਜਿਹੜੇ ਮੈਂ ਤੁਹਾਨੂੰ ਕੇਸਿਸ ਦਿਖਾਏ ਨੇ, ਜਿਹੜੇ ਇੰਸਪੈਕਟਰ ਸਾਹਿਬ ਵਾਲਾ ਸੀ ਉਹਨੂੰ 8-10 ਮਹੀਨੇ ਲੱਗੇ ਸੀ, ਉਹ ਦੂਜਾ ਮੁੰਡਾ ਸੀਗਾ ਉਹਨੂੰ ਵੀ 6 ਮਹੀਨੇ 8 ਮਹੀਨੇ ਲੱਗੇ ਸੀਗੇ, ਤੇ 6 ਮਹੀਨੇ 8 ਮਹੀਨੇ 9 ਮਹੀਨੇ ਸਾਲ ਵੀ ਲੱਗ ਜਾਂਦਾ ਕਈ ਵਾਰ। ਪਰ ਜਿਹੜਾ ਮੇਰਾ ਪਹਿਲਾ ਪੇਸ਼ੈਂਟ ਸੀਗਾ ਉਹਨੂੰ 2 ਦਿਨ ਲੱਗੇ, ਔਰ ਕਈ ਐਸੇ ਲੱਗੇ ਜਿਨ੍ਹਾਂ ਨੂੰ 15 ਦਿਨ 20 ਦਿਨ 'ਚ ਵੀ ਠੀਕ ਹੋਏ ਨੇ, ਐਸੇ ਪੇਸ਼ੈਂਟ ਵੀ। ਜੀ ਜਿਹੜਾ ਇਹ ਹੁੰਦਾ ਕਿਉਂ, ਪਲੇਟਲੈਟ ਘੱਟ ਕਿਉਂ ਹੋ ਜਾਂਦੇ, ਕੀ ਕਾਰਨ ਹੋ ਜਾਂਦਾ ਵੀ ਇੱਕ ਪਲੇਟਲੈਟ ਘੱਟ? ਕਿਉਂਕਿ ਜਿਹੜਾ ਆਪਾਂ ਡੇਂਗੂ ਆ ਉਹਦਾ ਅੰਦਰ ਵਾਇਰਸ ਗਿਆ ਬਾਡੀ ਦੇ ਅੰਦਰ, ਉਹਨੇ ਤੁਹਾਡਾ ਵਾਇਰਸ ਦੇ ਨਾਲ ਜਿਹੜਾ ਤੁਹਾਡਾ ਪਲੇਟਲੈਟ ਜਿਹੜਾ ਕਾਊਂਟ ਉਹਨੇ ਘਟਾ ਦੇਣਾ, ਉਹਦੇ ਤੇ ਅਟੈਕ ਕਰਨਾ, ਤੇ ਉਹ ਤੁਹਾਡਾ ਸਿਸਟਮ ਨੂੰ ਜਿਹੜਾ ਉਹਨੇ ਸਲੋ ਕਰ ਦੇਣਾ, ਪਲੇਟਲੈਟ ਕਾਊਂਟ ਘਟਾ ਦੇਣਾ। ATP ਦੇ ਵਿੱਚ ਕੀ ਕਰਦਾ ਵੀ ਜਿਹੜੇ ਪਲੇਟਲੈਟ ਘਟ? ITP 'ਚ ਦੇਖੋ ਜੀ, ਇਡੀਓਪੈਥਿਕ ਦਾ ਕੋਈ ਕਾਰਨ ਮਾਡਰਨ ਦੇ ਸਿਸਟਮ ਨਾਲ ਕੁਝ ਨਹੀਂ ਪਤਾ ਕਿ ਕਿਉਂ ਘਟਦੇ ਨੇ। ਇਹਦੇ ਵਿੱਚ ਮਾਡਰਨ ਅਗਰ ਅਸੀਂ ਐਕਸਪਲੇਨੇਸ਼ਨ ਲਾਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਕੋਈ ਵਾਇਰਸ ਆਇਆ ਹੋਏਗਾ, ਕੋਈ ਇਨਫੈਕਸ਼ਨ ਹੋਇਆ ਹੋਏਗਾ। ਕਈ ਤਰ੍ਹਾਂ ਦੇ ਵਾਇਰਸ ਨੇ, ਹਜ਼ਾਰਾਂ ਲੱਖਾਂ ਤਰ੍ਹਾਂ ਦੇ, ਉਹ ਕਿਸੇ ਵਾਇਰਸ ਨੇ ਇਨਫੈਕਸ਼ਨ ਕੀਤਾ ਹੋਏਗਾ, ਉਹਦੇ ਨਾਲ ਆਟੋ ਇਮਿਊਨ ਰਿਐਕਸ਼ਨ ਹੋ ਗਿਆ, ਆਟੋ ਐਂਟੀਬਾਡੀਜ਼ ਬਣੀਆਂ ਜਾਂ ਉਹਨੇ ਪਲੇਟਲੈਟ ਨੂੰ ਖਤਮ ਕਰ ਦਿੱਤਾ। ਇਹ ਮਾਡਰਨ ਐਕਸਪਲੇਨੇਸ਼ਨ ਹੈ। ਆਯੁਰਵੇਦ ਦੀ ਐਕਸਪਲੇਨੇਸ਼ਨ ਹੈ ਰਕਤ ਪਿੱਤ ਜਿਹੜਾ ਹੈ, ਜਦੋਂ ਅਸੀਂ ਪਿੱਤ ਵਰਧਕ ਆਹਾਰ ਵਿਹਾਰ ਕਰਦੇ ਆ, ਪਿੱਤ ਵਾਲਾ ਜਿਹਦੀ ਤਸੀਰ ਹੀ, ਕਈ ਵਾਰੀ ਬੱਚੇ ਨੇ ਕਿਹੜਾ ਗਰਮ ਚੀਜ਼ਾਂ ਖਾ ਲਈਆਂ, ਪਰ ਉਹਦੀ ਤਸੀਰ ਹੀ ਜਨਮਾਂਦਰੂ ਤਸੀਰ ਗਰਮ ਹੈ, ਉਹਦੇ ਪਿੱਤ ਵਧਿਆ ਹੀ ਰਹਿੰਦਾ। ਕਿਉਂ? ਪਿੱਤ ਵੈ ਸਰੋਤ ਜਿਹੜੇ ਰਕਤ ਵੈ ਸਰੋਤਸ ਨੇ ਨਾ, ਬਲੱਡ ਦੇ ਜਿਹੜੇ ਸਰੋਤ ਨੇ ਦੱਸੇ ਆਯੁਰਵੇਦ 'ਚ, ਉਹ ਲੀਵਰ ਐਂਡ ਸਪਲੀਨ ਨੇ। ਜਿਹੜੇ ਮੇਨ ਗੱਡੀ ਦਾ ਇੰਜਨ ਹੈ ਉਹ ਹੀ ਗਰਮ ਹੋ ਗਿਆ ਤੇ ਗੱਡੀ ਕੁਛ ਨਾ ਕੁਛ ਗੜਬੜ ਤਾਂ ਆਏਗੀ। ਤੇ ਮਾਡਰਨ ਡਾਕਟਰ ਕਈ ਵਾਰੀ ਕਹਿੰਦੇ ਨੇ ਜੀ ਤੁਹਾਡੀ ਸਪਲੀਨ ਕੱਢਣੀ ਪੈਣੀ ਹੈ, ਉਹ ਕੱਢ ਵੀ ਦਿੰਦੇ ਨੇ, ਬਿਲਕੁਲ ਨਹੀਂ ਕਢਾਉਣ ਦੀ ਲੋੜ। ਕਈ ਪੇਸ਼ੈਂਟ ਨੇ ਮੇਰੇ ਕੋਲ ਆਏ ਨੇ, ਉਹ ਕਹਿੰਦੇ ਨੇ ਜੀ ਸਾਡੀ ਸਪਲੀਨ ਕੱਢ ਲਈ, ਪਲੇਟਲੈਟ ਫਿਰ ਨਹੀਂ ਵਧੇ। ਬਹੁਤ ਪੇਸ਼ੈਂਟ ਨੇ ਮੇਰੇ ਕੋਲ, ਕਈਆਂ ਦੀ ਸਪਲੀਨਾਂ ਕੱਢੀਆਂ ਹੋਈਆਂ ਨੇ। ਔਰ ਇਸ ਲਈ ਸਪਲੀਨ ਨਹੀਂ ਕਢਾਉਣੀ ਤੁਸੀਂ, ਪਹਿਲਾਂ ਤੁਸੀਂ ਆਯੁਰਵੇਦ ਟਰਾਈ ਕਰੋ, 1 ਸਾਲ ਟਰਾਈ ਕਰੋ। 1 ਸਾਲ 'ਚ ਮੈਂ ਕਹਿੰਦਾ 90% ਪੇਸ਼ੈਂਟ ਮੈਂ ਠੀਕ ਕੀਤੇ ਨੇ। ਮੈਂ 100% ਦੀ ਗਰੰਟੀ ਨਹੀਂ ਦਿੰਦਾ, ਕਿਉਂਕਿ 100 'ਚੋਂ 90 ਦਾ ਮੈਂ ਕਰ ਦਿੰਦਾ, ਔਰ 10% ਵੀ ਉਹ ਰਹਿ ਜਾਂਦੇ ਨੇ ਜਿਹੜੇ ਵਿੱਚੋਂ ਥੱਕ ਜਾਂਦੇ ਨੇ, ਦਵਾਈਆਂ ਛੱਡ ਦਿੰਦੇ ਨੇ ਜਾਂ ਚਲੇ ਜਾਂਦੇ ਨੇ। ਬਾਕੀ ਮੇਰਾ ਜੋ ਐਕਸਪੀਰੀਅੰਸ ਹੈ 10-15, ਮਤਲਬ ਵੈਸੇ ਮੈਂ 25 ਸਾਲ ਤੋਂ ਪ੍ਰੈਕਟਿਸ ਕਰ ਰਿਹਾ, ਪਰ IT ਦੀ ਪੇਸ਼ੈਂਟ ਦਾ ਮੇਰਾ 10-12 ਸਾਲ ਦਾ ਐਕਸਪੀਰੀਅੰਸ ਹੈ। ਕਮ ਸੇ ਕਮ 1000, 1500, 2000 ਪੇਸ਼ੈਂਟ ਦਾ ਮੈਂ ਦੇਖ ਚੁੱਕਾ, ਠੀਕ ਕਰ ਚੁੱਕਾ, ਤੇ ਬੜੇ ਟੈਸਟੀਮੋਨੀਅਲਸ ਪਾਏ ਨੇ, ਬੜੇ ਰਿਕਾਰਡ ਵੀ ਅਸੀਂ ਮੇਨਟੇਨ ਕੀਤੇ ਹੋਏ ਨੇ ITP ਦੇ। ਕੁਝ ਇੱਕ ਮੇਰੇ ਕੋਲ ਦਵਾਈ ਹੋਰ ਪਈ ਹੈ, ਇਹ ਪਲੇਟੋਪਲੈਨ ਹੈ ਨਾ, ਪਲੇਟੋਪਲੈਨ। ਇਹ ਕੀ ਪਲੇਟਲੈਟ ਵਧਾਉਣ ਲਈ ਵਿੱਚ ਇਹ ਕੰਮ ਆਉਂਦੀ ਹੈ? ਤੇ ਇਹ ਜੇ ਪਲੇਟਲੈਟ ਵਧਾਉਣ ਦੇ ਵਿੱਚ ਕੰਮ ਆਉਂਦੀ ਹੈ ਤਾਂ ਫਿਰ ਇਹ ਹੋਰ ਬਿਮਾਰੀਆਂ 'ਚ ਜਿਹੜੇ ਪਲੇਟਲੈਟ ਘਟਦੇ ਨੇ ਉਹਦੇ 'ਚ ਵੀ ਕੰਮ ਆਏਗਾ? ਜਿਹੜੀਆਂ ਜਿੱਦਾਂ ਡੇਂਗੂ ਤੁਸੀਂ ਦੱਸ ਰਹੇ ਸੀਗੇ, ਡੇਂਗੂ ਦਾ ਤਾਂ ਫਟਾਫਟ ਹੀ ਵਧਾ ਦਿੰਦੀ ਹੈ ਦਵਾਈ। ਅੱਛਾ। ਡੇਂਗੂ ਦੇ ਵਿੱਚ ਸਾਨੂੰ ਨਹੀਂ ਇੰਨੀ ਕੋਈ ਮੁਸ਼ਕਿਲ ਆਉਂਦੀ। ਡੇਂਗੂ ਦੇ ਪਲੇਟਲੈਟ ਦਾ ਪਿੱਤਾ ਬੈਲੈਂਸ ਦਿਓ, ਪਲੇਟੋਪਲੈਨ ਦਿਓ, ਤੇ ਫਟਾਫਟ ਵੱਜ ਜਾਂਦੇ ਨੇ। ਬੁਖਾਰ ਵੀ ਜਿਹੜਾ ਚੜ ਰਿਹਾ ਉਹ ਉਤਰ ਜਾਂਦਾ। ਬੁਖਾਰ ਬਖੂਰ ਜਿਹੜਾ ਪਿੱਤਾ ਬੈਲੈਂਸ ਨਾਲ, ਪਿੱਤ ਹੈ ਨਾ, ਜਵਰ ਦਾ ਮਤਲਬ ਪਿੱਤ ਹੈ, ਤੇ ਜਵਰ ਨੂੰ ਅਸੀਂ ਪਿੱਤ ਬੈਲੈਂਸ ਕਰਦੇ ਆ, ਪਿੱਤ ਸ਼ਾਮਾਂ ਕੁਛਦੀਆਂ ਦਈਦੀਆਂ ਨੇ, ਉਹਦੇ ਨਾਲ ਠੀਕ ਹੋ ਜਾਂਦਾ ਫੀਵਰ ਜਿਹੜਾ ਹੈਗਾ। ਤੇ ਬਾਕੀ ਜਿਹੜੇ ਪਲੇਟਲੈਟ ਵਧਾਉਣ ਵਾਸਤੇ, ਜਿੱਦਾਂ ਹੁਣ ਪਪੀਤੇ ਦੇ ਪੱਤਿਆਂ ਦਾ ਰਸ ਦਈਦਾ ਹੈ, ਉਹ ITP 'ਚ ਵੀ ਦੇ ਸਕਦੇ। ਜਿੱਦਾਂ ਗ੍ਰੀਨ ਜੂਸ ਹੈ, ਪਪੀਤੇ ਦੇ ਪੱਤਿਆਂ ਦੇ ਵਿੱਚ ਸਪੈਸ਼ਲ ਕੋਈ ਪ੍ਰਭਾਵ ਹੈ, ਪ੍ਰਭਾਵਸ਼ਾਲੀ ਹੈ ਔਸ਼ਧੀ, ਤੇ ਉਹਨੂੰ ਦਿਓ। ITP 'ਚ ਵੀ ਦਿਓ, ਡੇਂਗੂ 'ਚ ਵੀ ਦਿਓ। ਤੇ ਡੇਂਗੂ ਸ਼ੇਂਗੂ ਜਿਹੜੀਆਂ ਜਾਂ ਹੋਰ ਬਿਮਾਰੀਆਂ ਨੇ ਜਿਨ੍ਹਾਂ 'ਚ ਪਲੇਟਲੈਟ ਘਟਦੇ ਨੇ, ਉਹ ਤਾਂ ਬਹੁਤ ਛੇਤੀ ਠੀਕ ਹੁੰਦੇ ਨੇ, ਤੇ ਉਹਨੂੰ ਬੰਦ ਕਰਿਓ ਜਰਾ। ਤੇ ਜਿਹੜੇ ਬਾਕੀ ਦੀਆਂ ਬਿਮਾਰੀਆਂ ਨੇ, ਜਿੱਦਾਂ ITP ਹੋ ਗਿਆ, ਉਹਨਾਂ ਨੂੰ ਟਾਈਮ ਲੱਗਦਾ ਹੈਗਾ। ਇਸ ਲਈ ਉਹਦੇ ਵਾਸਤੇ ਸਾਨੂੰ ਇਕੱਲੀਆਂ ਇਹ 2 ਦਵਾਈਆਂ ਨਹੀਂ ਦੇਣੀਆਂ ਪੈਂਦੀਆਂ, ਮੈਂ ਹੋਰ ਵੀ ਪੂਰੀ ਟ੍ਰੀਟਮੈਂਟ ਦਿੰਦਾ। ਕਾਫੀ ਮੈਡੀਸਿਨ ਦੀ ਲਿਸਟ ਹੁੰਦੀ ਹੈ। ਕਈ ਪੇਸ਼ੈਂਟ ਕਹਿੰਦੇ ਡਾਕਟਰ ਸਾਹਿਬ ਇੰਨੀ ਦਵਾਈ ਦੇ ਦਿੱਤੀ, ਮੈਂ ਕਿਹਾ ਇਹ ਬੈਟਰ ਹੈ। ਕਈ ਪੇਸ਼ੈਂਟ, ਇੱਕ ਪੰਡਤ ਜੀ ਆਏ ਸੀਗੇ ਉੱਥੇ ਵੈਸ਼ਨੋ ਦੇਵੀ ਤੋਂ, ਉਹ ਕਹਿੰਦੇ ਜੀ ਮੇਰੀ ਬੇਟੀ ਨੂੰ ITP ਹੈ ਬੜੇ ਸਾਲਾਂ ਤੋਂ, ਤੇ ਉਹ ਠੀਕ ਕਰੋ, ਮੈਂ ਤੁਹਾਡਾ ਨਾਮ ਸੁਣ ਕੇ ਆਇਆ। ਮੇਰੇ ਮੂੰਹ ਵੈਸੇ ਨਹੀਂ ਕਰਿਆ। ਮੈਂ ਕਿਹਾ ਤੇਰੀ ਨਾ, ਤੂੰ ਮਾਤਾ ਦੇ ਚਰਨਾਂ 'ਚ ਬੈਠਾ, ਤੇਰੀ ਬੇਟੀ ਨੂੰ ITP ਕਿੱਥੋਂ ਹੋ ਗਿਆ? ਤੇ ਤੂੰ ਸਾਲ 'ਚ ਠੀਕ, ਮਹੀਨੇ 'ਚ ਠੀਕ ਹੋ ਜਾਣਾ। ਉਹ ਕਹਿੰਦਾ ਜੀ ਮੇਰੀ ਬੇਟੀ ਨੂੰ 7 ਸਾਲ ਹੋ ਗਏ, ਮੈਂ ਧੱਕੇ ਖਾ ਰਿਹਾ, ਬੜੇ ਹਸਪੀਟਲ ਜਾਇਆ ਵੱਡੇ, ਠੀਕ ਨਹੀਂ ਹੋ ਰਹੀ, ਬੜੀਆਂ ਦਵਾਈਆਂ ਕਰ ਲਈਆਂ।
ਮੈਂ ਕਿਹਾ ਮਹੀਨੇ 'ਚ ਹੋ ਜਾਣੀ ਠੀਕ। ਪਤਾ ਨਹੀਂ ਕਿਹੜਾ ਮੇਰੇ ਮੂੰਹੋਂ ਨਿਕਲ ਗਿਆ ਕਿੱਦਾਂ, ਮੈਂ ਕਿਹਾ ਮਹੀਨੇ 'ਚ ਹੋ ਜਾਏਗੀ ਠੀਕ, ਚਿੰਤਾ ਨਾ ਕਰ। ਉਹ ਕੁਦਰਤੀ ਗੱਲ ਹੋਈ, ਉਹਨੂੰ ਜਿਹੜੀ ਦਵਾਈ ਦਿੱਤੀ ਵਿਦਿਨ 1 ਮੰਥ। ਉਹ ਪੰਡਤ ਜੀ ਜਿਹੜੇ ਨੇ ਅਜੇ ਵੀ ਯਾਦ ਕਰਦੇ ਨੇ, ਉਹਨਾਂ ਦਾ ਨੰਬਰ ਵੀ ਮੈਂ ਦੇ ਸਕਦਾ, ਸ਼ੇਅਰ ਕਰ ਸਕਦਾ। ਉਹ ਕਹਿੰਦੇ ਮੇਰਾ ਨੰਬਰ ਦੇ ਦਿਓ, ਕੋਈ ਗੱਲ ਨਹੀਂ। ਬੜੇ ਪੇਸ਼ੈਂਟ ਨੇ, ਸਭ ਦੇ ਵੀਡੀਓ ਬਣਾਇਆ, ਪੰਡਤ ਜੀ ਦਾ ਵੀਡੀਓ ਬਣਾਇਆ ਮੈਂ, ਤੇ ਇਦਾਂ ਬੜੇ ਪੇਸ਼ੈਂਟ ਦੇ ਰਿਕਾਰਡ ਰੱਖੇ ਹੋਏ ਨੇ। ਤੇ ਮੈਂ ਉਹੀ ਕਹਿ ਰਿਹਾ ਨਾ, ਬੜੇ ਹੈਮਟੋਲੋਜਿਸਟ ਨੂੰ ਚਿੱਠੀਆਂ ਪਾਈਆਂ ਸ਼ੁਰੂ ਦੇ ਵਿੱਚ, ਕਿਸੇ ਨੇ ਜਵਾਬ ਨਹੀਂ ਦਿੱਤਾ। ਉਹਨਾਂ ਨੂੰ ਇਸੇ ਲਈ ਚਿੱਠੀਆਂ ਪਈਆਂ ਕਿ ਇੱਧਰ ਦੇਖੋ, ਆਯੁਰਵੇਦ ਦੇ ਵਿੱਚ ਆਯੁਰਵੇਦ ਪੜ੍ਹੋ, ਆਯੁਰਵੇਦ ਦੇ ਗ੍ਰੰਥਾਂ 'ਚ ਕਿੰਨਾ ਵਧੀਆ ਲਿਖਿਆ ਹੈ ਵੀ ਇਹੋ ਜਿਹੀਆਂ ਬਿਮਾਰੀਆਂ ਦਾ ਇਲਾਜ ਪੋਸੀਬਲ ਹੈਗਾ। ਤੇ ਉਹ ਕੋਈ ਸੰਸਥਾਵਾਂ ਬਣੀਆਂ ਨੇ, ਉਹਨਾਂ ਦੀਆਂ ਆਰਗੇਨਾਈਜੇਸ਼ਨ ਬਣੀਆਂ ਨੇ ਹੈਮਟੋਲੋਜਿਸਟ ਦੀਆਂ, ਪਲੇਟਲੈਟ ਐਸੋਸੀਏਸ਼ਨ ਬਣੀਆਂ ਪਲੇਟਲੈਟਸ ਡਿਸਆਰਡਰਸ ਦੀਆਂ। ਉਹਨਾਂ ਨੂੰ ਵੀ ਈਮੇਲਾਂ ਪਾਈਆਂ ਵੀ ਆ ਤੁਸੀਂ ਆਪ ਆ ਕੇ ਸਰਚ ਕਰ ਲਓ, ਜੋ ਵੀ ਰਿਸਰਚ ਕਰਨੀ ਹੈ। ਮੈਂ ਆਪਣੀ ਪੇਸ਼ੈਂਟ ਦੇਖਾਂਗੇ, ਮੈਂ ਕਾਗਜ਼ ਇਕੱਠੇ ਕਰਾਂ। ਤੁਸੀਂ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈ, ਪੀਜੀਆਈ ਵਾਲਿਆਂ ਨੂੰ ਵੀ ਮੈਂ ਕਹਿਣਾ ਹੈਗਾ ਕਿ ਤੁਸੀਂ ਆਪਣੇ ਡਾਕਟਰ ਭੇਜ ਦਿਓ, ਮੇਰੇ ਆਫਿਸ ਬੈਠੇ ਰਹਿਣ, ਪਲੇਟਲੈਟ ਦਾ ਰਿਕਾਰਡ ਰੱਖੀ ਜਾਣ, ਜਿਹੜਾ ਠੀਕ ਹੁੰਦਾ ਆਪਣੇ ਆਪ ਆਪਣੇ ਪੇਪਰ ਪਬਲਿਸ਼ ਕਰਦੇ ਰਹਿਣ। ਮੈਨੂੰ ਕੋਈ ਨਹੀਂ ਲਾਲਚ ਹੈਗਾ ਕਿ ਮੇਰੇ ਨਾਂ ਦੇ ਪੇਪਰ ਪਬਲਿਸ਼ ਕਰੋ, ਆਪਣੇ ਨਾਂ 'ਤੇ ਕਰ ਲਓ, ਆਪਣਾ ਨਾਮ ਬਣਾ ਲਓ, ਆਪਣੇ ਪੁਰਸਕਾਰ ਲਓ, ਜੋ ਕਰਨਾ ਕਰੋ। ਕਮ ਸੇ ਕਮ ਆਯੁਰਵੈਦਿਕ ਤਾਂ ਪੜ੍ਹੋਗੇ ਇਸੇ ਬੰਨੇ, ਤੁਸੀਂ ਪੁਰਸਕਾਰ ਲਓ। ਆਯੁਰਵੇਦ ਦੀ ਸਾਇੰਸ ਦੇ ਵਿੱਚ ਜੋ ਚੀਜ਼ਾਂ ਮੈਂ ਦੇ ਰਿਹਾ ਉਹ ਦੇਖੋ। ਤੇ ਇਸ ਲਈ ਮੈਂ ਇਹੀ ਚਾਹੁੰਦਾ ਹੈਗਾ ਕਿ ਸਾਡੇ ਆਯੁਰਵੈਦਿਕ ਦੀ ਸਾਇੰਸ ਜਿਹੜੀ ਆ ਉਹਨੂੰ ਸਾਰੇ ਲੋਕੀ ਸਮਝਣ, ਪੜ੍ਹਨ, ਅੰਡਰਸਟੈਂਡ ਕਰਕੇ ਫੋਲੋ ਕਰਨ। ਤੁਸੀਂ ਇਹ ਦਵਾਈਆਂ ਦੋ ਇਹ ਵੀ ਦੱਸੀਆਂ, ਤੇ ਤੁਸੀਂ ਇਹ ਵੀ ਦੱਸਤਾ ਵੀ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਆਪਾਂ ਦੇ ਸਕਦੇ ਹਾਂ ਲਿਸਟ ਦੇ ਵਿੱਚ, ਅਕੋਰਡਿੰਗ ਟੂ ਡਿਜ਼ੀਜ਼, ਜਿਹੜਾ ਅਕੋਰਡਿੰਗ ਟੂ ਜਿਹੜੀ ਬੋਡੀ ਟੈਂਪਰਾਮੈਂਟ ਜਿਹੜੀ ਹੈਗੀ। ਪਰ ਬਹੁਤ ਸਾਰੇ ਪੇਸ਼ੈਂਟ ਅਜੇ ਵੀ ਹੋਗੇ, ਤੁਸੀਂ ਅਜੇ ਪੇਸ਼ੈਂਟਸ ਦਾ ਬਾਰੇ ਵੀ ਸਾਨੂੰ ਪਿਛਲੀਆਂ ਵੀਡੀਓਜ਼ 'ਚ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਨੇ 75 ਲੱਖ ਰੁਪਈਆ ਜਿਹੜਾ ਇੱਕ ਵਾਰੀ ਲੀਵਰ ਟ੍ਰਾਂਸਪਲਾਂਟ 'ਤੇ ਲਾ ਚੁੱਕੇ ਸੀ ਤੇ ਦੁਬਾਰਾ ਲਾਉਣ ਨੂੰ ਵੀ ਤਿਆਰ ਬੈਠੇ ਸੀ। ਪਰ ਬਹੁਤ ਸਾਰੇ ਪੇਸ਼ੈਂਟ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਕੋਲ 2 ਵਕਤ ਦਾ ਖਾਣਾ ਵੀ ਨਹੀਂ ਹੁੰਦਾ, ਤੇ ਉਹ ਪੇਸ਼ੈਂਟ ਜਿਹੜੇ ਦਵਾਈ ਵੀ ਅਫੋਰਡ ਨਹੀਂ ਕਰ ਸਕਦੇ, ਉਹ ਘਰ ਬੈਠੇ ਕੁਝ ਤਰੀਕਾ ਹੈਗਾ ਜਿਹੜਾ ਉਹਦੇ ਨਾਲ ਉਹ ਠੀਕ ਹੋ ਸਕਦਾ? ਘਰ ਬੈਠੇ ਮੈਂ ਇਹੀ ਦੱਸਿਆ, ਗ੍ਰੀਨ ਜੂਸ, ਰੈੱਡ ਜੂਸ। ਗ੍ਰੀਨ ਜੂਸ ਜਿਹੜਾ ਅਨਾਰ ਨਹੀਂ ਅਫੋਰਡ ਕਰਦਾ, ਉਹ ਚੁਕੰਦਰ ਖਾ ਲੇ, ਗਾਜਰ ਖਾ ਲੇ, ਗਾਜਰ ਦਾ ਰਸ ਕੱਢ ਕੇ ਪੀ ਲੇ, ਉਹਨਾਂ ਕੁ ਤਾਂ ਅਫੋਰਡ ਕਰਦਾ ਹੀ ਹੈ ਨਾ। ਉਹ ਜਿਹੜਾ ਇੱਦਾਂ ਜਿਹੜਾ ਗ੍ਰੀਨ ਜੂਸ ਹੈ, ਧਨੀਏ ਦਾ ਰਸ ਕੱਢ ਕੇ ਪੀ ਲੇ, ਵੀਟ ਗ੍ਰਾਸ ਲਗਾ ਲੇ, ਆਪੇ ਕਣਕ ਦੇ ਬੀਜ ਬੀ ਲੇ, ਕਿੱਦਾਂ ਬੀਨੇ, ਇੱਕ ਵੀਟ ਗ੍ਰਾਸ, ਹਾਊ ਟੂ ਗਰੋ ਵੀਟ ਗ੍ਰਾਸ ਕਰਕੇ YouTube ਤੇ ਪਾਏ, ਆ ਉਹਨੂੰ ਤਰੀਕਾ ਪਤਾ ਲੱਗ ਜਾਏਗਾ ਵੀਟ ਗ੍ਰਾਸ ਕਿੱਦਾਂ ਉਗਾਉਣਾ ਹੈ। ਛੋਟੀ ਜਿਹੀ ਟਰੇ 'ਚ ਉਗ ਜਾਂਦਾ, ਕਣਕ ਨਾਲ ਹੀ ਉਗਾਉਣਾ, ਹੋਰ ਕੀ ਕਰਨਾ। ਤੇ ਉਹ ਵੀਟ ਗ੍ਰਾਸ ਦੇ ਜੂਸ ਪੀਂਦਾ ਰਹੇ ਹੈ ਨਾ। ਇਹੋ ਜਿਹੇ ਛੋਟੇ ਨੁਸਖੇ, ਗ੍ਰੀਨ ਜੂਸ ਤਾਂ ਕੋਈ ਔਖਾ ਤਾਂ ਨਹੀਂ ਹੈਗਾ। ਜਿਹੜਾ ਪਪੀਤਾ ਹੈ ਉਹਦੇ ਪੱਤਿਆਂ ਦਾ ਰਸ ਕੱਢੀ ਜਾਏ, ਦੁਰਵਾ ਘਾਸ ਦਾ ਰਸ ਕੱਢੀ ਜਾਏ, ਉਹਨੂੰ ਬਲੀਡਿੰਗ ਹੋ ਹੀ ਨਹੀਂ ਸਕਦੀ। ਤੇ ਇਹ ਗ੍ਰੀਨ ਜੂਸ, ਰੈੱਡ ਜੂਸ ਵਾਲਾ ਫਾਰਮੂਲਾ ਜਿਹੜਾ ਆਪਣਾ ਮਿਲਕ ਪ੍ਰੋਡਕਟਸ ਟੋਟਲ ਬੰਦ ਕਰ ਦੇ, ਨੌਨ ਵੈਜ ਐਂਡ ਮਿਲਕ ਪ੍ਰੋਡਕਟਸ। ਕੋਈ ਦਹੀਂ ਨਹੀਂ, ਕੋਈ ਦੁੱਧ ਨਹੀਂ, ਕੋਈ ਪਨੀਰ ਨਹੀਂ, ਕੋਈ ਲੱਸੀ ਨਹੀਂ। ਬੱਚਿਆਂ ਨੂੰ ਬੜੀ ਪ੍ਰॉब्लम ਆਉਂਦੀ ਹੈ, ITP वाले बच्चे जड़े ने, पेरेंट्स कहते हैं कि सर ये तो दूध ही पीता है, अगर तभी तो ITP है, इसको दूध से छुड़ाओ। ये डॉक्टरों ने इसको बोला है कि ये स्कूल नहीं जा सकता, डॉक्टरों ने इसको बोला ये खेलने नहीं जा सकता, 10-15 हज़ार इसके काउंट रहते हैं, अगर ये खेलेगा कूदेगा तो चोट लगवा लेगा। तो कितनी मुश्किल है बच्चे वास्ते, पेरेंट्स वास्ते भी। स्कूल वो पढ़ नहीं सकता, ਕਿਤੇ ਖੇਡਣ ਨਹੀਂ ਜਾ ਸਕਦਾ ਸਟਰੀਟ 'ਚ, ਬੱਚਾ ਸਾਰਾ ਦਿਨ ਕਿੱਥੇ ਘਰ ਬੈਠੇਗਾ। ਤੇ ਉਸ ਬੱਚੇ ਨੂੰ ਤੁਸੀਂ ਅਗਰ ਮਿਲਕ ਪ੍ਰੋਡਕਟਸ ਨਾ ਦਿਓ ਕੁਝ ਦੇਰ ਵਾਸਤੇ, 6 ਮਹੀਨੇ ਲਈ ਮਨਾ ਕਰ ਦਿੰਦਾ ਮੈਂ, ਤਾਂ ਤੁਸੀਂ ਦਵਾਈ ਦੇਸੀ ਦਿਓ ਔਰ ਆ ਜਾ ਗ੍ਰੀਨ ਜੂਸ, ਰੈੱਡ ਜੂਸ ਦੇਈ ਜਾਓ, ਤੇ ਬੱਚੇ ਦੇ ਕਾਊਂਟ ਵੱਧ ਜਾਣਗੇ। ਉਸ ਤੋਂ ਬਾਅਦ ਖੇਲੇ ਕੁੱਦੇ, ਜੋ ਮਰਜ਼ੀ ਕਰੇ, ਜਾਏ ਸਾਰੀ ਉਮਰ ਖੇਡੇ, ਸਪੋਰਟਸ ਕਰੇ। ਮੇਰੇ ਕੋਲ ਐਸੇ ਪੇਸ਼ੈਂਟ ਨੇ, ਇੱਕ ਮੁੰਡਾ ਸੀ ਕੈਨੇਡਾ ਦਾ, ਅੰਗਰੇਜ਼ ਹੈਗਾ, ਉਹਦੀ ਉਮਰ ਹੈ 45 ਸਾਲ, ਉਹਨੂੰ 40 ਸਾਲ ਤੋਂ ITP ਹੈ। ਉਹਦੇ ਪਲੇਟਲੈਟ ਜਿਹੜੇ ਨੇ 20-25 ਹਜ਼ਾਰ। ਮਤਲਬ ਕਿ ਇੰਨੀ ਘਬਰਾਉਣ ਦੀ ਲੋੜ ਨਹੀਂ ਹੈਗੀ। ਕਈ ਲੋਕੀ ਐਸੇ ਨੇ ਸਰਵਾਈਵ ਕਰ ਰਹੇ ਨੇ। 10,000 ਤੋਂ ਜੇ ਥੱਲੇ ਹੈ ਨਾ, ਫਿਰ ਤੁਹਾਨੂੰ ਡਰਨ ਦੀ ਲੋੜ ਹੈ। ਜੇ 20,000 ਤੋਂ ਤੁਹਾਡੇ ਉੱਪਰ ਨੇ, ਤੁਹਾਡਾ ਗੁਜ਼ਾਰਾ ਚੱਲ ਸਕਦਾ ਹੈ। ਤੁਸੀਂ ਆਪਣਾ ਘਰ ਬੈਠੇ ਨਾਰਮਲ ਕੰਮ ਚਲਾਈ ਜਾਓ। ਪਰ ਦੇਖੋ ਨਾ, ਉਹਨੇ ਸਾਰੀ ਉਮਰ ਕੱਢ ਦਿੱਤੀ, ਹੁਣ ਉਹਨੂੰ ਆਯੁਰਵੇਦ ਮਿਲਿਆ। ਵੀ ਇਕੱਲੇ ਡੇਂਗੂ ਤੇ ITP ਦੇ ਵਿੱਚ ਹੀ ਪਲੇਟਲੈਟ ਘਟਦੇ ਨੇ, ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ 'ਚ ਪਲੇਟਲੈਟ ਘਟ ਜਾਂਦੇ? ਬਹੁਤ ਸਾਰੀਆਂ ਬਿਮਾਰੀਆਂ ਨੇ, ਮਸਲਨ ਬਲੱਡ, ਬੋਨ ਮੈਰੋ ਡਿਪਰੈਸ਼ਨ ਵੀ ਹੁੰਦਾ ਹੈ,
ਹੋਰ ਬਲੱਡ ਕੈਂਸਰਸ ਵੀ ਹੁੰਦੇ ਨੇ ਕਈ ਤਰ੍ਹਾਂ ਦੇ, ਹੋਰ ਪਲੇਟਲੈਟ ਦੇ ਡਿਸਆਰਡਰਸ ਵੀ ਹੁੰਦੇ ਨੇ। ਮੈਂ ਇਸ ਕਰਕੇ ਕਹਿ ਰਿਹਾ ਕਿ ਆਪਾਂ ਅੱਜ ਆਈਟੀਪੀ ਦੀ ਗੱਲ ਕਰ ਰਹੇ ਹਾਂ, ਪਰ ਜੇਕਰ ਆਪਾਂ ਜਿਹੜੇ ਨੁਸਖੇ ਤੁਸੀਂ ਦੱਸ ਰਹੇ ਹੋ, ਜਿਹੜੀ ਤੁਸੀਂ ਦਵਾਈਆਂ ਦੱਸ ਰਹੇ ਹੋ, ਇਹ ਬਾਕੀਆਂ 'ਚ ਵੀ ਕੰਮ ਕਰੇ ਨਾ, ਮਤਲਬ ਵੀ ਉਹ ਕਿਤੇ ਇਹ ਨਾ ਹੋਵੇ ਵੀ ਕਿਤੇ ਉਹ ਸੋਚਣ ਵੀ ਨਹੀਂ ਇਹ ਤਾਂ ਆਈਟੀਪੀ ਵਾਸਤੇ ਦੱਸੀ ਹੈ, ਕਿਉਂਕਿ ਪਲੇਟਲੈਟ ਕਾਊਂਟ ਜਿਹੜੇ ਆ ਹੋਰਾਂ ਬਿਮਾਰੀਆਂ ਦੇ ਵਿੱਚ ਵੀ ਘਟਦੇ ਨੇ ਤੇ ਉਹਨਾਂ ਦੇ ਵਿੱਚ ਵੀ ਇਹ ਕੰਮ ਕਰਨਗੇ। ਬਿਲਕੁਲ ਕੰਮ ਕਰਨਗੇ। ਕਿਸੇ ਵੀ ਬਿਮਾਰੀ 'ਚ ਅਗਰ ਪਲੇਟਲੈਟ ਕਾਊਂਟ ਘੱਟ ਨੇ ਤੇ ਸੇਮ ਹੀ ਜਿਹੜਾ ਸਾਡਾ ਪ੍ਰਿੰਸੀਪਲ ਆਯੁਰਵੇਦ ਦਾ ਪ੍ਰਿੰਸੀਪਲ ਜਿਹੜਾ ਉਹ ਇਕੱਲੇ ਉਹ ਤਾਂ ਤਸੀਰ ਦੇ ਉੱਤੇ ਕੰਮ ਕਰ ਰਿਹਾ, ਉਹ ਤਾਂ ਵਾਤ ਪਿੱਤ ਕਫ ਦੇ ਸਿਧਾਂਤ ਤੇ ਕੰਮ ਕਰ ਰਿਹਾ। ਔਰ ਪਲੇਟਲੈਟ ਘਟਣ ਦਾ ਕਾਰਨ ਹੀ ਪਿੱਤ ਹੈ। ਤੋ ਅਗਰ ਅਸੀਂ ਪਿੱਤ ਨੂੰ ਬੈਲੈਂਸ ਕਰ ਦਾਂਗੇ ਤੇ ਕੋਈ ਵੀ ਕਾਰਨ ਹੋਏ ਉਹ ਠੀਕ ਹੋਣਗੇ। ਅਸੀਂ ਤਾਂ ਵਾਤ ਪਿੱਤ ਕਫ ਦੇ ਪੁਆਇੰਟ ਆਫ ਵਿਊ ਨਾਲ ਠੀਕ ਕਰ ਰਹੇ ਨਾ। ਹੁਣ ਜੇ ਉਹਨੂੰ ਕੋਈ ਸਮਝੇ ਹੀ ਨਾ ਕਿ ਇਹ ਵਾਤ ਪਿੱਤ ਕਫ ਸਾਨੂੰ ਸਮਝ ਨਹੀਂ ਆਉਂਦਾ, ਨਹੀਂ ਸਮਝ ਆਉਂਦਾ ਤਾਂ ਪੜ੍ਹ ਲਓ, ਉਹਨੂੰ ਸੰਸਕ੍ਰਿਤ ਦੀ ਟਰਾਂਸਲੇਸ਼ਨ ਲੈ ਲਓ। ਵੈਦਿਕ ਜਿਹੜੀਆਂ ਸਾਡੀਆਂ ਬੁੱਕਸ ਨੇ ਆਯੁਰਵੈਦਿਕ ਤੇ ਵੈਦਿਕ ਸਾਇੰਸ ਹੈ, ਵੈਦਿਕ ਨੌਲੇਜ ਹੈ, ਉਹ ਆਯੁਰਵੇਦ ਦਾ ਇੰਗਲਿਸ਼ 'ਚ ਵੀ ਹੈਗਾ, ਉਹਨੂੰ ਇੰਗਲਿਸ਼ ਪੜ੍ਹ ਲਓ। ਪੜ੍ਹ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੱਦਾਂ ਇਲਾਜ ਹੋ ਰਿਹਾ। ਮੈਂ ਬੈਠਾ ਸਬੂਤ ਤੁਹਾਡੇ ਸਾਹਮਣੇ, ਪੇਸ਼ੈਂਟ ਵੀ ਮੇਰੇ ਕੋਲ ਹੈਗੇ ਨੇ, ਆਪਣੇ ਭੇਜ ਦੋ ਬੰਦੇ ਆ ਕੇ, ਉਹ ਵੀ ਬਹਿ ਜਾਣ, ਆ ਕੇ ਦੇਖੀ ਜਾਣ, ਲਿਖੀ ਜਾਣ, ਜੋ ਨੋਟ ਕਰਨਾ ਨੋਟ ਕਰੀ ਜਾਣ, ਤੇ ਆਪਣੇ ਆਪ ਹੀ ਉਹਨਾਂ ਕੋਲ ਡਾਟਾ ਇਕੱਠਾ ਹੋ ਜਾਏਗਾ ਤੇ ਆਪਣਾ ਡਾਟਾ ਆਪਣੇ ਨਾਂ ਤੇ ਪਬਲਿਸ਼ ਕਰ ਲੈਣ। ਕੁਛ ਤਾਂ ਜਿਹੜੀਆਂ ਦੋਨੋਂ ਦਵਾਈਆਂ ਤੁਸੀਂ ਦੱਸੀਆਂ ਹੈਗੀਆਂ ਨੇ, ਇਹ ਵੀ ਸਾਰੀਆਂ ਪਲੇਟਲੈਟ ਜਿੱਥੇ ਜਿਹੜੀ ਵੀ ਬਿਮਾਰੀ 'ਚ ਪਲੇਟ ਘਟਣਗੇ ਉਹਦੇ ਵਿੱਚ ਇਹ ਕੰਮ ਆਉਣ। ਇਹ ਇਕੱਲੀਆਂ 2 ਦਵਾਈਆਂ ਨਹੀਂ ਇਕੱਲੀਆਂ ਦਿੰਦਾ ਮੈਂ, ਇਹ ਤਾਂ ਬਾਈ ਚਾਂਸ 2 ਇੱਥੇ ਮੇਰੇ ਕੋਲ ਪਈਆਂ ਸੀ ਤੇ ਮੈਂ ਦਿਖਾਤੀਆਂ ਦਰਸ਼ਕਾਂ ਨੂੰ, ਪਰ 2 ਤੋਂ ਇਲਾਵਾ ਬਹੁਤ ਸਾਰੀਆਂ ਦਵਾਈਆਂ ਨੇ ਜਿਹੜੀਆਂ ਅਸੀਂ ਡਿਫਰੈਂਟ ਕੰਬੀਨੇਸ਼ਨਸ ਦਿੰਦੇ ਹਾਂ ਅਕੋਰਡਿੰਗ ਟੂ ਪੇਸ਼ੈਂਟ, ਟੈਂਪਰਾਮੈਂਟ, ਬੋਡੀ ਅਕੋਰਡਿੰਗ ਟੂ ਟੈਂਪਰਾਮੈਂਟ। ਨਾਰਮਲੀ ਪਿੱਤ ਦਾ ਵਧਿਆ ਹੁੰਦਾ ਹੈ, ਬਾਈ ਚਾਂਸ ਪਿੱਤ ਦਾ ਬੈਲੈਂਸ ਮੇਰੇ ਕੋਲ ਕਿੱਥੇ ਸੀਗਾ। ਇਹ ਬਹੁਤ ਵਧੀਆ ਦਵਾਈ ਹੈ ਪਿੱਤ ਨੂੰ ਸ਼ਾਂਤ ਕਰਨ ਵਾਸਤੇ, ਔਰ ਹੋਰ ਵੀ ਪਿੱਤ ਨੂੰ ਸ਼ਾਂਤ ਕਰਨ ਲਈ ਨਾਲ ਦੇਣੀਆਂ ਪੈਂਦੀਆਂ ਨੇ ਇਸ ਤੋਂ ਇਲਾਵਾ। ਤੇ ਉਹਦੇ ਨਾਲ ਕਿਉਂਕਿ ਇਹ ਬਹੁਤ ਜ਼ਿਆਦਾ ਪਿੱਤ ਐਗਰਾਵੇਟ ਹੋਇਆ, ਤਾਂ ਹੀ ਤਾਂ ਪਲੇਟਲੈਟ ਗੰਭੀਰ ਰੋਗ ਹੈ, ਤੇ ਇਹਨੂੰ ਬੜੀ ਛੇਤੀ ਅਸੀਂ ਆਯੁਰਵੇਦ 'ਚ ਕੰਟਰੋਲ ਕਰ ਸਕਦੇ ਹਾਂ। ਕੰਬੀਨੇਸ਼ਨ ਦਿੰਦੇ ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਦੇ, ਉਹਦੇ ਨਾਲ ਇਹ ਠੀਕ ਹੋ ਜਾਂਦਾ। ਤੇ ਜਾਣਕਾਰੀ ਤਾਂ ਦੇਤੀ, ਤੇ ਦਵਾਈਆਂ ਬਾਰੇ ਵੀ ਦੱਸਤਾ ਵੀ ਦਵਾਈਆਂ ਵੀ ਹੈਗੀਆਂ, ਕਿ ਜੇ ਤੁਹਾਨੂੰ ਕੋਈ ਕਿਸੇ ਕੰਟੈਕਟ ਕਰਨਾ ਹੋਵੇ ਫਿਰ ਕਿਵੇਂ ਲੱਭੂ? ਮੈਨੂੰ ਲੱਭਣਾ ਕੋਈ ਔਖਾ ਕੰਮ ਨਹੀਂ ਹੈਗਾ। ਮੇਰਾ ਨਾਮ ਤੁਸੀਂ ਜਾਂ ਤਾਂ ਇੰਟਰਨੈਟ ਤੇ ਪਾਓ ਜਾਂ ਸਿੱਧਾ ਮੇਰੀ ਵੈਬਸਾਈਟ ਤੇ ਜਾਓ, planetayurveda.com। ਪਲੈਨਟ ਆਯੁਰਵੇਦਾ ਮਤਲਬ ਆਲ ਓਵਰ ਦਾ ਪਲੈਨਟ ਅਸੀਂ ਆਯੁਰਵੇਦਾ ਨੂੰ ਫੈਲਾਉਣਾ ਹੈ, ਤੇ ਕਾਫੀ ਕੰਟਰੀਆਂ ਦਾ ਫੈਲਾ ਵੀ ਚੁੱਕੇ ਹੈ। ਸਾਡੇ ਡਿਸਟਰੀਬਿਊਟਰ ਬੈਠੇ ਨੇ, ਦਵਾਈਆਂ ਵੀ ਅਵੇਲੇਬਲ ਨੇ, ਤੇ ਤੁਸੀਂ ਉਹਨਾਂ ਨੂੰ ਵੀ ਉਹਨਾਂ ਤੋਂ ਦਵਾਈਆਂ ਵੀ ਲੈ ਸਕਦੇ ਹੋ, ਪਰ ਕੰਸਲਟੇਸ਼ਨ ਬੈਟਰ ਹੈ। ਤੁਸੀਂ ਕੰਸਲਟੇਸ਼ਨ ਕਰੋ। ਮੇਰੇ ਕੋਲ ਡਾਕਟਰਾਂ ਦੀ ਟੀਮ ਹੈ, ਕਾਫੀ ਟ੍ਰੇਨਡ ਡਾਕਟਰ ਨੇ ਜਿਹੜੇ ਮੈਂ ਸਿਖਾਉਂਦਾ ਉਹਨਾਂ ਨੂੰ ਆਪਣੇ ਕਲੀਨਿਕ 'ਚ, ਤੇ ਉਹ ਸਾਰਾ ਦਿਨ ਆਈਟੀਪੀ ਦੇ ਉੱਤੇ ਹੀ ਕਾਗਜ਼ੀ ਕਾਰਵਾਈ ਕਰਦੇ ਰਹਿੰਦੇ ਨੇ, ਲਿਖਦੇ ਵੀ ਰਹਿੰਦੇ ਨੇ, ਪੇਸ਼ੈਂਟ ਵੀ ਸਾਕਸ਼ਾਤ ਦੇਖਦੇ ਨੇ। ਤੇ ਉਹ ਤੁਸੀਂ planetayurveda.com ਤੇ ਜਾ ਕੇ, ਜਾਂ ਮੈਂ ਇੱਕ ਨੰਬਰ ਵੀ ਦੱਸ ਦੇਣਾ ਤੁਹਾਨੂੰ, ਇੱਕ ਦੋ ਚੰਡੀਗੜ੍ਹ ਦਾ 0172521440 ਇਹ ਲੈਂਡਲਾਈਨ ਨੰਬਰ ਹੈ, ਸਵੇਰੇ 10 ਤੋਂ 6 ਤੱਕ, ਔਰ ਮੋਬਾਈਲ ਹੈ 9915593604। ਇਹ ਮੋਬਾਈਲ ਹੈ, ਇੱਥੇ WhatsApp ਕਰਕੇ ਤੁਸੀਂ 10 ਤੋਂ 6 ਵਜੇ ਦੇ ਵਿਚਕਾਰ ਤੁਸੀਂ ਇਹ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਸਾਡੇ ਡਾਕਟਰਸ ਦੇ ਨਾਲ। ਮੇਰੇ ਨਾਲ ਵੀ ਕਰ ਸਕਦੇ ਹੋ, ਪਰ ਮੇਰੀ ਅਪਾਇੰਟਮੈਂਟ ਥੋੜ੍ਹਾ ਮਹੀਨਾ 2 ਮਹੀਨਾ ਪਹਿਲਾਂ ਲੈਣੀ ਪੈਂਦੀ ਹੈ, ਜਿੱਦਾਂ ਟ੍ਰੇਨ ਦੀ ਟਿਕਟ ਪਹਿਲਾਂ ਬੁੱਕ ਕਰਾਈ ਦੀ ਹੈ। ਤੇ ਕੋਈ ਆਪਣੇ ਇੰਡੀਆ 'ਚ ਰਿਵਾਜ ਹੈ ਨਹੀਂ ਉਹ ਐਡਵਾਂਸ ਬੁਕਿੰਗ ਦਾ, ਪਰ ਮੈਂ ਇਹ ਸੁਜੈਸਟ ਕਰਾਂਗਾ ਕਿ ਤੁਸੀਂ ਮੇਰੇ ਡਾਕਟਰਸ ਦੀ ਟੀਮ ਹੈਗੀ ਆ, ਉਹਨਾਂ ਤੋਂ ਵੀ ਤੁਸੀਂ ਉਹਨਾਂ ਨੂੰ ਸਿਖਾਇਆ ਸਾਰਾ ਕੁਝ, ਦੇ ਨੋ ਈਚ ਐਂਡ ਐਵਰੀਥਿੰਗ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਤੁਸੀਂ ਕਿਆ ਕਮਾਲ ਦੀ ਜਾਣਕਾਰੀ ਦਿੱਤੀ ਹੈ। ਔਰ ਮੈਨੂੰ ਲੱਗਦਾ ਕਿ ਪਲੇਟਲੈਟ ਕਾਊਂਟ ਜਿਹੜੇ ਨੇ ਉਹ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਘਟਦੇ ਹੈਗੇ ਨੇ, ਤੇ ਉਹ ਲੱਭਦੇ ਨੇ ਅਲੱਗ-ਅਲੱਗ। ਵੈਸੇ ਤਾਂ ਦੇਖਿਆ ਜਾਵੇ ਤਾਂ ਮਾਡਰਨ ਮੈਡੀਕਲ ਸਾਇੰਸ ਦੇ ਵਿੱਚ ਤਾਂ ਜਦੋਂ ਪਲੇਟਲੈਟ ਕਾਊਂਟ ਵੀ ਘਟ, ਡੇਂਗੂ ਦੇ ਵਿੱਚ ਵੀ ਐਂਟੀਬਾਇਓਟਿਕ ਦੇਈ ਜਾਂਦੇ ਨੇ, ਹੋਰ ਬੜਾ ਕੁਝ ਦੇ ਦਿੰਦੇ, ਤੇ ਉਹਦੇ ਨਾਲ ਉਲਟਾ ਪਲੇਟਲੈਟ ਘਟ ਜਾਂਦੇ ਨੇ, ਤੇ ਉਹ ਪਲੇਟਲੈਟ ਘਟ ਕੇ ਬੰਦਾ ਮੌਤ ਦੇ ਮੂੰਹ ਵੱਲ ਜਾਣਾ, ਉਹਨੂੰ ਜਿਹੜਾ ਹੈਮਰੇਜ ਹੋ ਜਾਂਦਾ, ਤੇ ਹੋਰ ਬੜਾ ਕੁਝ ਹੋ ਕੇ ਉਹਦੇ ਪ੍ਰੋਬਲਮ ਕ੍ਰੀਏਟ ਹੋ ਜਾਂਦਾ। ਡੇਂਗੂ ਤਾਂ ਦੇਖੋ ਨਾ ਤੁਸੀਂ, ਅਗਰ ਡੇਂਗੂ ਵੀ ਹੋ ਗਿਆ, ਚਲੋ ਅਸੀਂ ਡੇਂਗੂ ਦੀ ਵੀ ਗੱਲ ਵਿੱਚ ਕਰ ਲੈਂਦੇ ਹਾਂ। ਅਗਰ ਡੇਂਗੂ ਵੀ ਕਿਸੇ ਨੂੰ ਹੋ ਗਿਆ ਔਰ ਉਹਨੂੰ ਬੁਖਾਰ ਚੜ ਗਿਆ ਔਰ ਉਹਦੇ ਪਲੇਟਲੈਟ ਘਟ ਗਏ, ਮੈਂ ਨਹੀਂ ਕਹਿ ਰਿਹਾ ਵੀ ਤੁਸੀਂ ਹਸਪਤਾਲ ਨਾ ਜਾਓ, ਤੁਸੀਂ ਚਲੇ ਜਾਓ, ਤੁਸੀਂ ਜੋ ਪਲੇਟਲੈਟ ਚੜ੍ਹਾਉਣੇ ਚੜ੍ਹਾ ਲਓ, ਪਰ ਜੇ ਤੁਹਾਡੀ ਕੰਡੀਸ਼ਨ, ਅਗਰ ਤੁਸੀਂ ਆਯੁਰਵੇਦ ਦੀ ਦਵਾਈ ਨਾਲ ਖਾ ਲਓ, ਤੁਹਾਡੀ ਕੰਡੀਸ਼ਨ ਇੰਨੀ ਖਰਾਬ ਹੋਏਗੀ ਨਹੀਂ, ਮਤਲਬ ਪਲੇਟਲੈਟ ਇੰਨੇ ਘਟਣਗੇ ਹੀ ਨਹੀਂ ਕਿ ਤੁਹਾਨੂੰ ਹਸਪਤਾਲ ਜਾਣਾ ਪਏ। ਡੇਂਗੂ ਤੁਹਾਡਾ ਡਾਇਗਨੋਸ ਹੋ ਗਿਆ, ਮੰਨ ਲਓ ਤੁਹਾਨੂੰ ਪਤਾ ਲੱਗ ਗਿਆ ਮੈਨੂੰ ਡੇਂਗੂ ਹੈ, ਆਯੁਰਵੈਦਿਕ ਦਵਾਈ ਨਾਲ ਖਾਓ, ਕੰਬੀਨੇਸ਼ਨ ਪ੍ਰੋਪਰ ਲਓ। ਇਹ ਜਿਹੜਾ ਪਿੱਤਾ ਬੈਲੈਂਸ ਵਾਲਾ ਜਿਹੜਾ ਕੰਬੀਨੇਸ਼ਨ ਹੈ, ਪ੍ਰਵਾਲ ਜ਼ਹਿਰ ਮੁਰਾ ਕੀ ਕਾਮਦੂਦਾ ਮੁਕਤਾ ਗਿਲੋਏ, ਇਹ ਕੰਬੀਨੇਸ਼ਨ ਹੈ,
ਉਹ ਸ਼ੁਰੂ ਕਰ ਦਿਓ। ਪੁਰਾਣੇ ਵੈਦ ਪੁੜੀਆਂ ਬਣਾਉਂਦੇ ਸੀਗੇ, ਅਸੀਂ ਪੁੜੀਆਂ ਦੀ ਬਜਾਏ ਕੈਪਸੂਲ ਬਣਾਤਾ। ਅਗਰ ਹੈ ਤਾਂ ਪੁੜੀ ਨਾ ਬੇਸਿਕਲੀ। पुराने वैद की करते सी, नवे देख के पित्त बड़ा हुआ आपका तो पुड़िया बना देंगे। वो पुड़िया च जो नुस्खा लिखणगे तो वो नुस्खा जोड़ा असी एज इट इज़ असी पुड़ी की बजाय कैप्सूल बनाता। तो वो इको चीज़ है, पुड़ी समझ लो। ये सारा कुछ इत्थे लिखिया है, तुसी पढ़ भी सकते हो। तो वो प्लेटलेट नूं शांत कर वधांदा है, डेंगू दे ताप नूं शांत करदा है। ते डेंगू च भी ये फार्मूला कामयाब है। बहुत धन्यवाद जी तुहाडा, बहुत बहुत थैंक यू जी, थैंक यू वेरी मच। ਸੋ ਸਨ ਡਾਕਟਰ ਵਿਕਰਮ ਚੌਹਾਨ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ATP ਦੀ ਬਿਮਾਰੀ ਜਿਹਦੇ ਵਿੱਚ ਪਲੇਟਲੇਟ ਕਾਊਂਟ ਲਗਾਤਾਰ ਘਟ ਜਾਂਦਾ, 10,000 ਤੋਂ ਥੱਲੇ ਆ ਜਾਂਦਾ, 10,000 ਤੋਂ ਥੱਲੇ ਹੀ ਰਹਿੰਦਾ ਹੈਗਾ। ਇਹਦੇ ਵਿੱਚ ਲਗਾਤਾਰ ਆਦਮੀ ਜਿਹੜਾ ਉਹ ਇਹ 10-10, 20-20, 30-30 ਸਾਲ ਤੱਕ ਜਿਹੜੇ ਨੇ ਉਹ ਬੰਦੇ ਉਹਨਾਂ ਦੇ ਪਲੇਟਲੇਟ ਕਾਊਂਟ ਘਟਦੇ ਨੇ। ਪਲੇਟਲੇਟ ਕਾਊਂਟ ਘਟਿਆ ਮਤਲਬ ਸਰੀਰ 'ਚੋਂ ਜਾਨ ਨਿਕਲ ਗਈ, ਅੰਦਰ ਬੋਡੀ ਦੇ ਅੰਦਰ ਕੁਝ ਵੀ ਪਾਵਰ ਨਹੀਂ ਰਹੀ। ਪਲੇਟਲੇਟ ਕਾਊਂਟ ਘਟਿਆ, ਜੇ ਤੁਹਾਡੇ ਅੰਦਰ ਬੋਡੀ ਦੇ ਉੱਤੇ ਕੱਟ ਲੱਗ ਗਿਆ, ਸਰੀਰ ਦੇ ਉੱਤੇ ਕੱਟ ਲੱਗ ਗਿਆ ਕੋਈ, ਤਾਂ ਤੁਹਾਡਾ ਖੂਨ ਨਹੀਂ ਬੰਦ ਹੋ ਸਕਦਾ। ਪਲੇਟਲੇਟ ਕਾਊਂਟ ਘਟਿਆ ਤਾਂ ਮਤਲਬ ਕਿ ਤੁਹਾਨੂੰ ਕਦੇ ਵੀ ਆਪਣੇ ਆਪ ਵੀ ਬੋਡੀ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਸਕਦਾ, ਹੈਮਰੇਜ ਉਹਨੂੰ ਕਹਿੰਦੇ ਨੇ। ਅਤੇ ਜਦੋਂ ਇਹ ਸਾਰੀਆਂ ਬਿਮਾਰੀਆਂ ਦੇ ਨਾਲ ਆਪਾਂ ਦੂਸਰੇ ਪੈਥੀਆਂ ਦੇ ਵਿੱਚ ਜਾ ਕੇ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਅਲੱਗ-ਅਲੱਗ ਤਰੀਕੇ ਦੇ ਨਾਲ ਇਹ ਆਪਾਂ ਇਹ ਕਹਿ ਸਕਦੇ ਹਾਂ ਤਜਰਬੇ ਹੁੰਦੇ ਨੇ, ਪਰ ਇਲਾਜ ਜਿਹੜਾ ਉਹ ਮਾਡਰਨ ਮੈਡੀਕਲ ਸਾਇੰਸ ਦੇ ਅਨੁਸਾਰ ਜਿਹੜਾ ਉਹ ਨਹੀਂ ਹੋ ਪਾਉਂਦਾ। ਪਰ ਡਾਕਟਰ ਵਿਕਰਮ ਚੌਹਾਨ ਉਹਨਾਂ ਨੇ ਜਿਸ ਤਰ੍ਹਾਂ ਆਪਣੇ ਪੇਸ਼ੈਂਟਸ ਦੀ ਉਦਾਹਰਨ ਦੇ ਕੇ ਅਤੇ ਆਪਣੇ ਟਰੀਟਮੈਂਟ ਦੀ ਉਦਾਹਰਨ ਦੇ ਕੇ ਜਿਹੜੇ ਤੁਹਾਡੇ ਸਾਹਮਣੇ ਇਹ ਬਿਮਾਰੀ ਦੇ ਤੱਥ ਰੱਖੇ ਨੇ, ਉਸ ਨੂੰ ਸੁਣਨ ਤੋਂ ਬਾਅਦ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਬੰਦਾ ਜਿਹੜਾ ਇਹਨਾਂ ਨੂੰ ਕੰਟੈਕਟ ਕਰਕੇ ਜਾਂ ਇਹਨਾਂ ਦੇ ਪ੍ਰੋਡਕਟ ਦੇ ਰਾਹੀਂ ਜਿਹੜਾ ਆਪਣਾ ਇਲਾਜ ਕਰਾ ਕੇ ਅਤੇ ਆਪਣੀ ਤੰਦਰੁਸਤੀ ਦੁਬਾਰਾ ਹਾਸਲ ਨਾ ਕਰ ਸਕੇ। ਸੋ ਇਹਨਾਂ ਨੇ ਨੰਬਰ ਦੇ ਦਿੱਤੇ ਨੇ, ਵੈਬਸਾਈਟ ਦਾ ਐਡਰੈਸ ਵੀ ਦੇ ਦਿੱਤਾ, ਤੁਸੀਂ ਕੰਟੈਕਟ ਇਹਨਾਂ ਨੂੰ ਕਰ ਸਕਦੇ ਹੋ, ਉਹਨਾਂ ਤੋਂ ਪ੍ਰੋਡਕਟ ਮੰਗਾ ਸਕਦੇ ਹੋ, ਇਹਨਾਂ ਦੀ ਕੰਸਲਟੈਂਸੀ ਲੈ ਸਕਦੇ ਹੋ। ਅਤੇ ਜੇ ਇਸ ਤੋਂ ਵੀ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡੇ ਕੋਲ ਪੈਸੇ ਦੀ ਕਮੀ ਹੈਗੀ ਹੈ ਤਾਂ ਜਿਹੜੇ ਤਰੀਕੇ ਡਾਕਟਰ ਸਾਹਿਬ ਨੇ ਤੁਹਾਨੂੰ ਦੱਸੇ ਨੇ, ਗ੍ਰੀਨ ਜੂਸ, ਰੈੱਡ ਜੂਸ ਅਤੇ ਜੋ ਚੀਜ਼ਾਂ ਦੱਸੀਆਂ ਹੈਗੀਆਂ ਤੁਸੀਂ ਘਰ ਬੈਠੇ ਵੀ ਆਪਣੇ ਇਹਨਾਂ ਚੀਜ਼ਾਂ ਦਾ ਇਲਾਜ ਕਰ ਸਕਦੇ ਹੋ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਕਿਉਂਕਿ ਬਹੁਤ ਸਾਰੇ ਲੋਕ ਅਜਿਹੀ ਬਿਮਾਰੀ ਦੇ ਨਾਲ ਦੁਖੀ ਨੇ, ਪੀੜਿਤ ਨੇ, ਅਤੇ ਉਹਨਾਂ ਦੇ ਕੋਲ ਇਲਾਜ ਦਾ ਕੋਈ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਕਿੱਥੋਂ ਜਾ ਕੇ ਅਸੀਂ ਇਲਾਜ ਕਰਾਈਏ। ਅਤੇ ਜੇਕਰ ਅਜਿਹਾ ਇੱਕ ਵੀ ਬੰਦਾ ਇਲਾਜ ਕਰਵਾ ਕੇ, ਇਸ ਤਰ੍ਹਾਂ ਦਾ ਇਲਾਜ ਕਰਵਾ ਕੇ ਆਪਣਾ ਤੰਦਰੁਸਤੀ ਦੁਬਾਰਾ ਹਾਸਲ ਕਰਦਾ ਤਾਂ ਅਸੀਂ ਸਮਝਾਂਗੇ ਕਿ ਸਾਡੀ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦੇ ਇਜਾਜ਼ਤ। ਧੰਨਵਾਦ।